सत श्री अकाल जी। मैं डॉक्टर मीनाक्षी फ्रॉम वरदान आईवीएफ सेंटर। ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਐਂਡੋਮੈਟ੍ਰੀਓਸਿਸ ਦੀ ਕੁਐਰੀ ਲੈ ਕੇ ਆਉਂਦੇ ਨੇ ਕਿ ਐਂਡੋਮੈਟ੍ਰੀਓਸਿਸ ਕੀ ਹੁੰਦਾ ਹੈ। ਅੱਜ ਮੈਂ ਤੁਹਾਨੂੰ ਥੋੜੀ ਐਂਡੋਮੈਟ੍ਰੀਓਸਿਸ ਬਾਰੇ ਹੀ ਗੱਲਬਾਤ ਕਰਾਂਗੀ। ਐਂਡੋਮੈਟ੍ਰੀਓਸਿਸ ਇੱਕ ਪ੍ਰੋਬਲਮ ਹੈ ਜਿਹਦੇ ਵਿੱਚ ਬੱਚੇਦਾਨੀ ਦੇ ਅੰਦਰ ਵਾਲਾ ਜਿਹੜੀ ਝਿੱਲੀ ਹੈਗੀ ਹੈ, ਜਿਹਨੂੰ ਆਪਾਂ ਐਂਡੋਮੈਟਰੀਅਮ ਕਹਿੰਦੇ ਹਾਂ, ਉਹ ਬੱਚੇਦਾਨੀ ਤੋਂ ਬਾਹਰ ਕਿਸੇ ਕਾਰਨਵਸ਼ ਲੱਗਣਾ ਸ਼ੁਰੂ ਹੋ ਜਾਂਦਾ ਹੈ। ਔਰ ਮੋਸਟ ਕਾਮਨ ਜਗ੍ਹਾ ਉਹਦੀ ਲੱਗਣ ਦੀ ਹੁੰਦੀ ਹੈ ਓਵਰੀਜ਼, ਫਿਲੋਪੀਅਨ ਟਿਊਬਸ, ਆਸ-ਪਾਸ ਦੀਆਂ ਆਂਤਾਂ ਜਾਂ ਬਲੈਡਰ, ਜਿਹਨੂੰ ਮਸਾਨਾ ਵੀ ਕਹਿੰਦੇ ਹੈਗੇ ਆ। ਇਸ ਕਾਰਨ ਬਹੁਤ ਸਾਰੇ ਪੇਸ਼ੈਂਟਸ ਨੂੰ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਮੋਸਟ ਕਾਮਨ ਸਿੰਪਟਮਸ ਇਹਦੇ ਇਹ ਹੁੰਦੇ ਕਿ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਪੇਨ ਹੋਏਗੀ ਡਿਊਰਿੰਗ ਪੀਰੀਅਡਸ। ਥੋੜੀ ਬਹੁਤੀ ਪੇਨ ਜਾਂ ਮਾਈਲਡ ਕ੍ਰੈਂਪਿੰਗ ਪੇਨ ਹਰ ਕਿਸੇ ਨੂੰ ਹੋ ਸਕਦੀ ਹੈ, ਪਰ ਜੇ ਉਹ ਪੇਨ ਇੰਨੀ ਜ਼ਿਆਦਾ ਵੱਧ ਜੇ ਕਿ ਤੁਹਾਡੀ ਡੇਲੀ ਰੂਟੀਨ ਦੀ ਐਕਟੀਵਿਟੀਜ਼ ਇੰਪੇਅਰ ਹੋਣੀਆਂ ਸ਼ੁਰੂ ਹੋ ਜਾਣ, ਤੁਹਾਨੂੰ ਓਰਲ ਪੇਨ ਕਿਲਰਸ ਦੀ ਜਗ੍ਹਾ ਇੰਜੈਕਟੇਬਲ ਪੇਨ ਕਿਲਰਸ ਲੈਣੇ ਪੈਣ, ਦੈਟ ਮੀਨਸ ਉਹ ਪੇਨ ਸੀਵੀਅਰ ਹੈ ਔਰ ਉਹਦੇ ਵਾਸਤੇ ਤੁਹਾਨੂੰ ਦਿਖਾਣਾ ਚਾਹੀਦਾ ਹੈ। ਔਰ ਹੋ ਸਕਦਾ ਹੈ ਤੁਹਾਨੂੰ ਕਿਤੇ ਐਂਡੋਮੈਟ੍ਰੀਓਸਿਸ ਦੀ ਪ੍ਰੋਬਲਮ ਨਾ ਹੋ। ਦੂਸਰਾ ਸਿੰਪਟਮ ਮੋਸਟ ਕਾਮਨ ਇਹ ਆ ਸਕਦਾ ਹੈ ਕਿ ਐਂਡੋਮੈਟ੍ਰੀਓਸਿਸ ਕਰਕੇ ਤੁਹਾਨੂੰ ਪੇਨਫੁਲ ਇੰਟਰਕੋਰਸ ਦੀ ਪ੍ਰੋਬਲਮ ਹੋ ਸਕਦੀ ਹੈ। ਆਪਸ ਦੇ ਵਿੱਚ ਮਿਲਣ ਲੱਗੇ ਬਹੁਤ ਜ਼ਿਆਦਾ ਪੇਨ ਹੋ ਸਕਦੀ ਹੈ, ਜਾਂ ਤੁਹਾਨੂੰ ਸਟੂਲ ਪਾਸ ਕਰਨ ਲੱਗੇ ਪੇਨ ਹੋ ਸਕਦੀ ਹੈ, ਪੀਰੀਅਡਸ ਦੀ ਬਲੀਡਿੰਗ ਜ਼ਿਆਦਾ ਹੋ ਸਕਦੀ ਹੈ। ਅਗਰ ਇਹਨਾਂ ਵਿੱਚੋਂ ਕੋਈ ਸਿੰਪਟਮ ਹੈ ਤਾਂ ਤੁਹਾਨੂੰ ਡੈਫੀਨੇਟਲੀ ਡਾਕਟਰਸ ਨੂੰ ਦਿਖਾਣਾ ਚਾਹੀਦਾ ਹੈ ਕਿ ਕਿਤੇ ਤੁਹਾਨੂੰ ਐਂਡੋਮੈਟ੍ਰੀਓਸਿਸ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈ। ਹੁਣ ਜੇ ਐਂਡੋਮੈਟ੍ਰੀਓਸਿਸ ਦੀ ਪ੍ਰੋਬਲਮ ਅਗਰ ਸਾਨੂੰ ਲੱਗਦੀ ਹੈ ਤੇ ਉਸ ਨੂੰ ਆਪਾਂ ਡਾਇਗਨੋਸ ਕਿਸ ਤਰ੍ਹਾਂ ਕਰ ਸਕਦੇ ਹਾਂ। ਗੋਲਡ ਸਟੈਂਡਰਡ ਮੈਥਡ ਹੈ ਜੋ ਐਂਡੋਮੈਟ੍ਰੀਓਸਿਸ ਨੂੰ ਡਾਇਗਨੋਸ ਕਰਨ ਦਾ, ਦੈਟ ਇਜ਼ ਲੈਪਰੋਸਕੋਪੀ। ਲੈਪਰੋਸਕੋਪੀ ਮੀਨਸ ਦੂਰਬੀਨ ਦੀ ਜਾਂਚ। ਦੂਰਬੀਨ ਦੀ ਜਾਂਚ ਦੇ ਨਾਲ ਅਸੀਂ ਅੰਦਰੋਂ ਐਂਡੋਮੈਟ੍ਰੀਓਸਿਸ ਨੂੰ ਚੈੱਕ ਕਰ ਸਕਦੇ ਹਾਂ ਕਿ ਐਂਡੋਮੈਟ੍ਰੀਓਸਿਸ ਦੀ ਕਿਤੇ ਕੋਈ ਇੰਪੈਕਟ ਤਾਂ ਨਹੀਂ ਹੈ, ਐਂਡੋਮੈਟ੍ਰੀਓਟਿਕ ਇੰਪਲਾਂਟਸ ਤਾਂ ਨਹੀਂ ਹੈ ਓਵਰੀਜ਼ ਦੇ ਵਿੱਚ ਜਾਂ ਫੈਲੋਪੀਅਨ ਟਿਊਬਸ ਦੇ ਵਿੱਚ ਔਰ ਆਸ-ਪਾਸ ਦੇ ਮਸਾਨੇ ਜਾਂ ਆਂਤਾਂ ਦੇ ਵਿੱਚ। ਅਦਰਵਾਈਜ਼ ਫਰਸਟ ਸਟੈਪ ਆਫ ਜਿਹੜਾ ਟ੍ਰੀਟਮੈਂਟ ਡਾਇਗਨੋਸਿਸ ਹੁੰਦਾ ਹੈ ਉਹ ਅਲਟਰਾਸਾਊਂਡ ਹੁੰਦਾ ਹੈਗਾ। ਅਲਟਰਾਸਾਊਂਡ ਤੇ ਸਾਨੂੰ ਸ਼ੱਕ ਪੈਂਦੀ ਹੈ ਤੇ ਅਸੀਂ ਪੇਸ਼ੈਂਟ ਨੂੰ ਲੈਪਰੋਸਕੋਪੀ ਲਈ ਗਾਈਡ ਕਰ ਸਕਦੇ ਹਾਂ ਕਿ ਹੋ ਸਕਦਾ ਹੈ ਤੁਹਾਡਾ ਐਂਡੋਮੈਟ੍ਰੀਓਸਿਸ ਦੇ ਦਾ ਐਕਸਟੈਂਟ ਚੈੱਕ ਕਰਨ ਲਈ ਸਾਨੂੰ ਲੈਪਰੋਸਕੋਪੀ ਕਰਨੀ ਪਏ। ਲੈਪਰੋਸਕੋਪੀ ਦੇ ਤੋਂ ਅਸੀਂ ਉਸ ਦਾ ਸਟੇਜਿੰਗ ਕਰ ਸਕਦੇ ਹਾਂ, ਜਿੱਦਾਂ ਕਿ ਸਟੇਜ 1, 2, 3 ਐਂਡ 4। ਸਟੇਜ 3, 4 ਨੂੰ ਆਪਾਂ ਜ਼ਿਆਦਾ ਸੀਵੀਅਰ ਮੰਨਿਆ ਜਾਂਦਾ ਹੈ, ਜਿਹਦੇ ਕਰਕੇ ਕਈ ਵਾਰ ਸਾਨੂੰ ਸਰਜੀਕਲੀ ਅਡੀਸ਼ਨਸ ਜਾਂ ਫਿਰ ਕੋਈ ਸਿਸਟ ਹੈਗੀ ਹੈ ਤੇ ਉਹ ਵੀ ਰਿਮੂਵ ਕਰਨੀ ਪੈ ਜਾਂਦੀ ਹੈਗੀ। ਹੁਣ ਐਂਡੋਮੈਟ੍ਰੀਓਸਿਸ ਦਾ ਕੀ ਇੰਪੈਕਟ ਹੋ ਸਕਦਾ ਹੈ। ਐਂਡੋਮੈਟ੍ਰੀਓਸਿਸ ਦੇ ਨਾਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪੇਨਫੁਲ ਪੀਰੀਅਡਸ ਕਰਕੇ ਤੁਹਾਡੀ ਡੇਲੀ ਲਾਈਫ ਅਫੈਕਟ ਹੋ ਸਕਦੀ ਹੈ। ਜੋ ਫੀਮੇਲਸ ਪ੍ਰੈਗਨੈਂਸੀ ਚਾਹੁੰਦੀਆਂ ਨੇ ਉਹਨਾਂ ਨੂੰ ਇਨਫਰਟਿਲਿਟੀ ਦੀ ਪ੍ਰੋਬਲਮ ਹੋ ਸਕਦੀ ਹੈ, ਕਿਉਂਕਿ ਐਂਡੋਮੈਟ੍ਰੀਓਸਿਸ ਕਰਕੇ ਜਿਹੜਾ ਅੰਦਰ ਟਿਊਬਸ ਹੈ, ਓਵਰੀਜ਼ ਹੈ, ਉਹ ਆਪਸ 'ਚ ਜੁੜ ਸਕਦੀਆਂ। ਉਹਨਾਂ ਦਾ ਜਿਹੜਾ ਨਾਰਮਲ ਅਨੈਟਮਿਕਲ ਰਿਲੇਸ਼ਨਸ਼ਿਪ ਹੈ ਉਹ ਅਫੈਕਟ ਹੋ ਸਕਦਾ ਹੈ, ਜਿਸ ਕਾਰਨ ਪੇਸ਼ੈਂਟ ਨੂੰ ਪ੍ਰੈਗਨੈਂਸੀ ਕਨਸੀਵ ਕਰਨ 'ਚ ਦਿੱਕਤ ਹੋ ਸਕਦੀ ਹੈ। ਐਂਡੋਮੈਟ੍ਰੀਓਸਿਸ ਦਾ ਓਵਰੀਜ਼ ਤੇ ਵੀ ਇਫੈਕਟ ਹੁੰਦਾ ਹੈ। ਓਵਰੀਜ਼ ਦੇ ਵਿੱਚ ਸਿਸਟ ਬਣ ਜਾਂਦੀਆਂ, ਜਿਹਨੂੰ ਆਪਾਂ ਚਾਕਲੇਟ ਸਿਸਟ ਕਹਿੰਦੇ ਹਾਂ, ਔਰ ਉਹਦੇ ਕਾਰਨ ਐਗ ਦੀ ਕੁਆਲਿਟੀ ਔਰ ਐਗ ਦੇ ਨੰਬਰ ਤੇ ਵੀ ਇਫੈਕਟ ਪੈਂਦਾ ਹੈਗਾ। ਇਸ ਕਾਰਨ ਐਂਡੋਮੈਟ੍ਰੀਓਸਿਸ ਦੀ ਪ੍ਰੋਬਲਮ ਨੂੰ ਡਿਟੈਕਟ ਕਰਨਾ, ਉਹਨੂੰ ਟਾਈਮਲੀ ਡਾਇਗਨੋਸ ਕਰਕੇ ਉਹਦੀ ਟ੍ਰੀਟਮੈਂਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਉਹਦੀ ਡਾਇਗਨੋਸਿਸ ਲਈ ਆਪਾਂ ਅਲਟਰਾਸਾਊਂਡ ਫੋਲੋਡ ਬਾਈ ਗੋਲਡ ਸਟੈਂਡਰਡ ਮੈਥਡ ਆਫ ਲੈਪਰੋਸਕੋਪੀ ਕਰ ਸਕਦੇ ਹਾਂ, ਜਿਹਦੇ ਨਾਲ ਆਪਾਂ ਐਂਡੋਮੈਟ੍ਰੀਓਸਿਸ ਨੂੰ ਡੈਫੀਨੇਟਲੀ ਇੱਕ ਡਾਇਗਨੋਸ ਕਰ ਪਾਵਾਂਗੇ ਕਿ ਕਿਸ ਸਟੇਜ ਦੇ ਵਿੱਚ ਹੈ ਐਂਡੋਮੈਟ੍ਰੀਓਸਿਸ। ਜੇ ਮੈਂ ਹੁਣ ਮੈਨੇਜਮੈਂਟ ਦੀ ਗੱਲ ਕਰਾਂ ਤਾਂ ਮੈਨੇਜਮੈਂਟ ਡਿਪੈਂਡ ਕਰਦੀ ਹੈ ਪੇਸ਼ੈਂਟ ਦੀ ਏਜ, ਪੇਸ਼ੈਂਟ ਦੀ ਕੀ ਰਿਕੁਆਇਰਮੈਂਟ ਹੈ। ਅਗਰ ਜੋ ਪੇਸ਼ੈਂਟ ਅਨਮੈਰਿਡ ਫੀਮੇਲ ਹੈ ਔਰ ਉਹਨੂੰ ਅਨਮੈਰਿਡ ਟਾਈਮ ਦੇ ਵਿੱਚ ਐਂਡੋਮੈਟ੍ਰੀਓਸਿਸ ਦੀ ਪ੍ਰੋਬਲਮ ਦੀ ਡਾਇਗਨੋਸਿਸ ਹੋ ਗਈ ਹੈ, ਉਸ ਸਟੇਜ ਦੇ ਵਿੱਚ ਅਸੀਂ ਉਸ ਨੂੰ ਹਾਰਮੋਨਲ ਇੰਬੈਲੈਂਸ ਨੂੰ ਕਰੈਕਟ ਕਰਨ ਲਈ ਉਸ ਨੂੰ ਆਪਾਂ ਹਾਰਮੋਨਲ ਪਿਲਸ ਤੇ ਪਾ ਸਕਦੇ ਹਾਂ, ਜਿਹਦੇ ਨਾਲ ਕਿ ਇਹ ਸਪਰੈਸ਼ਨ ਕਰਵਾ ਦੇਗੀ ਐਂਡੋਮੈਟ੍ਰੀਓਟਿਕ ਇੰਪਲਾਂਟਸ ਦਾ, ਜਿਹਦੇ ਨਾਲ ਉਹਦੇ ਸਿੰਪਟਮਸ ਦੇ ਵਿੱਚ ਰਿਗਰੈਸ਼ਨ ਹੋ ਸਕਦੀ ਹੈ। ਔਰ ਜਦੋਂ ਉਹ ਲੇਡੀ ਆਪਣੀ ਫੈਮਿਲੀ ਪਲਾਨ ਕਰੇ ਤੇ ਉਸ ਨੂੰ ਆਪਾਂ ਇਹੀ ਗਾਈਡ ਕਰਦੇ ਹਾਂ ਕਿ अर्ਲੀ ਮੈਰਿਜ ਔਰ अर्ਲੀ ਪ੍ਰੈਗਨੈਂਸੀ ਇਹਦਾ ਇੱਕ ਕੀ ਟ੍ਰੀਟਮੈਂਟ ਹੈ। ਪ੍ਰੈਗਨੈਂਸੀ ਵਰਗੀ ਸਟੇਜ ਅਸੀਂ ਅਚੀਵ ਇਸ ਲਈ ਉਹਨੂੰ ਗਾਈਡ ਕਰਦੇ ਹਾਂ ਕਿ ਜਲਦੀ ਪ੍ਰੈਗਨੈਂਸੀ ਅਚੀਵ ਕਰੇ, ਤਾਂ ਕਿ ਉਸ ਪ੍ਰੈਗਨੈਂਸੀ ਦੇ ਨਾਲ ਉਹਨੂੰ ਇੱਕ ਟੈਂਪਰੇਰੀ ਰਿਲੀਫ ਮਿਲ ਸਕਦਾ ਹੈ। ਇਟ ਕਾਜ਼ਸ ਅ ਟੈਂਪਰੇਰੀ ਸਪਰੈਸ਼ਨ ਆਫ ਹਾਰਮੋਨਸ, ਜਿਸ ਦੇ ਕਾਰਨ ਜਿਹੜੇ ਐਂਡੋਮੈਟ੍ਰੀਓਟਿਕ ਇੰਪਲਾਂਟਸ ਹੈ ਉਹ ਸੁੱਕ ਜਾਂਦੇ ਨੇ ਔਰ ਉਸ ਦੇ ਕਾਰਨ ਪੇਸ਼ੈਂਟ ਨੂੰ ਸਿੰਪਟੋਮੈਟਿਕਲੀ ਬਹੁਤ ਰਿਲੀਫ ਮਿਲਦੀ ਹੈ, ਉਹਦੀ ਕੁਆਲਿਟੀ ਆਫ ਲਾਈਫ ਬਹੁਤ ਬੈਟਰ ਹੋ ਜਾਂਦੀ ਹੈ। ਔਰ ਜੋ ਪੇਸ਼ੈਂਟ ਨੂੰ ਇਨਫਰਟਿਲਿਟੀ ਦੀ ਪ੍ਰੋਬਲਮ ਹੈ ਐਂਡੋਮੈਟ੍ਰੀਓਸਿਸ ਦੇ ਕਾਰਨ, ਉਹਨਾਂ ਦੇ ਵਿੱਚ ਆਪਾਂ ਉਸ ਨੂੰ ਮੈਡੀਕਲ ਮੈਨੇਜਮੈਂਟ ਕਰ ਸਕਦੇ ਹਾਂ ਔਰ ਸਰਜੀਕਲ ਮੈਨੇਜਮੈਂਟ ਵੀ ਸਾਨੂੰ ਕਈ ਵਾਰ ਕਰਨੀ ਪੈਂਦੀ ਹੈ। ਕਈ ਵਾਰ ਸਾਨੂੰ ਦੋਨੋਂ ਚੀਜ਼ਾਂ ਦਾ ਕੰਬੀਨੇਸ਼ਨ ਕਰਨਾ ਪੈਂਦਾ ਹੈ, ਜਿਹਦੇ ਵਿੱਚ ਮੈਡੀਕਲ ਜਾਂ ਸਰਜੀਕਲ ਦੋਨੋਂ ਦਾ ਕੰਬੀਨੇਸ਼ਨ ਆਉਂਦਾ ਹੈ। ਮੈਡੀਕਲੀ ਆਪਾਂ ਪਹਿਲਾਂ ਹਾਰਮੋਨਸ ਦੇ ਕੇ ਉਸ ਨੂੰ ਸਪਰੈਸ ਕਰਦੇ ਹਾਂ ਔਰ ਕਈ ਸਟੇजेस ਦੇ ਵਿੱਚ ਸਾਨੂੰ ਸਿਰਫ ਮੈਡੀਕਲ ਟ੍ਰੀਟਮੈਂਟ ਦੇ ਨਾਲ ਹੀ ਹੈਲਪ ਮਿਲ ਜਾਂਦੀ ਹੈ।
ਬਟ ਕਈ ਵਾਰ ਐਡਵਾਂਸ ਸਟੇजेस ਆਫ ਐਂਡੋਮੈਟ੍ਰੀਓਸਿਸ ਲਾਈਕ ਸਟੇਜ 3 ਐਂਡ 4 ਉਹਦੇ ਵਿੱਚ ਸਾਨੂੰ ਸਰਜੀਕਲ ਮੈਨੇਜਮੈਂਟ ਕਰਨੀ ਪੈਂਦੀ ਹੈ, ਐਡੀਸ਼ਨਸ ਰਿਮੂਵ ਕਰਨੀਆਂ ਪੈਂਦੀਆਂ ਹੈ, ਕੋਈ ਸਰਜੀਕਲ ਰਿਮੂਵਲ ਆਫ ਓਵੇਰੀਅਨ ਸਿਸਟ ਕਰਨਾ ਪੈਂਦਾ ਹੈ, ਉਸ ਦੇ ਬਾਅਦ ਅਸੀਂ ਉਹਨਾਂ ਨੂੰ ਟ੍ਰੀਟਮੈਂਟ ਲਈ ਲੈ ਸਕਦੇ ਹਾਂ। और स्टेज 3 और 4 ਲਈ ਅਲਟੀਮੇਟਲੀ ਟ੍ਰੀਟਮੈਂਟ IVF ਐਜ਼ ਅ ਮੋਡੈਲਿਟੀ ਆਫ ਟ੍ਰੀਟਮੈਂਟ ਇਜ਼ ਅ ਬੈਟਰ ਚੋਇਸ। IVF ਹੀ ਉਹਦੇ ਵਿੱਚ ਜ਼ਿਆਦਾ ਹੈਲਪਫੁਲ ਔਰ ਇਫੈਕਟਿਵ ਰਹਿੰਦਾ ਹੈ, ਜਿਹਦੇ ਵਿੱਚ ਉਹ ਪ੍ਰੈਗਨੈਂਸੀ ਅਚੀਵ ਕਰਕੇ ਆਪਣੀ ਅੱਗੇ ਦੀ ਹਾਰਮੋਨਲ ਸਪਰੈਸ਼ਨ ਦੇ ਨਾਲ ਅੱਗੇ ਦੀ ਲਾਈਫ ਜੀ ਸਕਦੇ। ਜੇਕਰ ਤੁਸੀਂ ਵੀ ਐਂਡੋਮੈਟ੍ਰੀਓਸਿਸ ਦੀ ਪ੍ਰੋਬਲਮ ਦੇ ਨਾਲ ਜੂਝ ਰਹੇ ਹੋ ਜਾਂ ਤੁਹਾਨੂੰ ਉਸ ਦੀ ਪ੍ਰੋਬਲਮ ਦੇ ਨਾਲ ਇਨਫਰਟੀਲਿਟੀ ਦੀ ਪ੍ਰੋਬਲਮ ਆ ਰਹੀ ਹੈ, ਤੇ ਤੁਸੀਂ ਵਰਦਾਨ IVF ਸੈਂਟਰ ਆ ਕੇ ਹੋਰ ਜਾਣਕਾਰੀ ਔਰ ਟ੍ਰੀਟਮੈਂਟ ਲੈ ਸਕਦੇ ਹੋ। ਥੈਂਕ ਯੂ।